ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਦੀ ਬਾਣੀ 12ਵਾਂ ਭਾਗ 2 ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਲਈ ਹਾਜ਼ਰ ਹੋਏ ਹਾਂ। ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀਆਂ ਦੀ ਜਾਣਕਾਰੀ ਦੇ ਲਈ ਕਿ ਇਸ ਤੋਂ ਪਹਿਲਾਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਬਾਣੀ 12ਵਾਂ ਭਾਗ 1 ਦੀ ਪ੍ਰਸੰਗ ਸਹਿਤ ਵਿਆਖਿਆ ਦੀ ਵੀਡੀਓ ਸ਼ਾਮਿਲ ਕੀਤੀ ਸੀ। ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਪਿਛਲੀ ਵੀਡੀਓ ਵੇਖਣਾ ਨਾ ਭੁੱਲਣਾ, ਤਾਂ ਜੋ ਆਪਣੀ ਲੜੀ ਨੂੰ ਜੋੜਿਆ ਜਾ ਸਕੇ। ਔਰ ਇਸ ਦੇ ਨਾਲ ਹੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਇੱਕ ਹੋਰ ਵੀਡੀਓ ਕਿ ਵਿਆਖਿਆ ਕਿਵੇਂ ਕਰੀਏ ਜ਼ਰੂਰ ਵੇਖ ਲੈਣਾ, ਤਾਂ ਜੋ ਵਿਦਿਆਰਥੀਆਂ ਨੂੰ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਸਕੇ ਕਿ ਕਿਸੇ ਵੀ ਕਾਵਿ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਦਿਆਂ ਹੋਇਆਂ ਇਮਤਿਹਾਨੀ ਨਜ਼ਰੀਏ ਤੋਂ ਉਹਨਾਂ ਨੂੰ ਕਿਹੜੇ ਨੁਕਤਿਆਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਹਰੀ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਇਹ ਜੇਠ ਦਾ ਮਹੀਨਾ ਜੋ ਹੈ ਇਹ ਉਹਨਾਂ ਜੀਵਾਤਮਾਵਾਂ ਦੇ ਲਈ ਸੁਖਦਾਈ ਹੋ ਸਕਦਾ ਹੈ ਜਿਨ੍ਹਾਂ ਨੇ ਇਸ ਜੇਠ ਦੇ ਮਹੀਨੇ ਦੇ ਵਿੱਚ ਆਪਣਾ ਮਨ ਜੋ ਹੈ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਲਿਆ ਹੈ ਜਾਂ ਜੋੜਨ ਦੀ ਕੋਸ਼ਿਸ਼ ਵਿੱਚ ਹਨ। ਕਿਸ ਦੇ ਲਈ? ਕਿਉਂਕਿ ਜਿਸ ਅੱਗੇ ਸਭ ਨਿਵਨ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਜੋ ਉਹ ਕਾਦਰ ਜਾਂ ਉਹ ਜੋ ਇਸ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਜਿਸ ਦੇ ਅੱਗੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਨਤਮਸਤਕ ਹੈ। ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਇਸ ਲਈ ਇਸ ਜੀਵਨ ਦਾ, ਇਸ ਸ੍ਰਿਸ਼ਟੀ ਦਾ ਆਧਾਰ ਪ੍ਰਭੂ ਪਰਮਾਤਮਾ ਜੋ ਹੈ, ਜੇਕਰ ਜੀਵ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਮਨ ਨੂੰ ਉਸ ਦੇ ਨਾਲ ਜੋੜਦਾ ਹੈ, ਉਸ ਦੀ ਓਟ ਆਸਰਾ ਲੈ ਕੇ ਵਿਚਰਦਾ ਹੈ, ਉਸ ਦੀ ਟੇਕ ਲੈ ਕੇ ਸਾਰੇ ਕਰਮ ਕਰਦਾ ਹੈ। ਹਰੀ ਸੱਜਣ ਦਾਮਨ ਲੱਗਿਆ ਤਿਸ ਕਿਸੇ ਨਾ ਦੇਈ ਬਨ। ਤਾਂ ਜੋ ਜੀਵ ਉਸ ਸੱਜਣ, ਉਸ ਹਰੀ, ਉਸ ਪਰਮਾਤਮਾ ਜੋ ਉਸ ਦਾ ਸਹਾਇਕ ਹੈ, ਜੋ ਉਸ ਨੂੰ ਚੰਗੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦੇਣ ਵਾਲਾ ਹੈ, ਜੇਕਰ ਉਸ ਦੇ ਦਾਮਨ ਭਾਵ ਉਸ ਦੇ ਲੜ, ਉਸ ਦੇ ਪੱਲੇ ਪੈਂਦੇ ਹਨ, ਉਸ ਨੂੰ ਯਾਦ ਕਰਦੇ ਹਨ, ਉਸ ਨੂੰ ਸਿਮਰਦੇ ਹਨ, ਆਰਾਧਦੇ ਹਨ, ਉਸ ਦੀ ਓਟ ਆਸਰਾ ਲੈ ਕੇ ਇਸ ਸੰਸਾਰ 'ਤੇ ਵਿਚਰਦੇ ਹਨ, ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਦੁਨਿਆਵੀ ਜੋ ਬੰਧਨ ਜਿਹੜੇ ਹਨ, ਭਾਵੇਂ ਉਹ ਮੌਤ ਦਾ ਬੰਧਨ ਹੈ, ਭਾਵੇਂ ਦੁਨਿਆਵੀ ਜੋ ਕਿਸੇ ਵੀ ਪ੍ਰਕਾਰ ਦੀ ਹਾਰ ਜਾਂ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਜੋ ਹੈ ਉਹਨਾਂ ਦੇ ਰਾਹ ਦੇ ਵਿੱਚ ਨਹੀਂ ਆਉਂਦੀ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ। ਕਿਉਂਕਿ ਪ੍ਰਭੂ ਦਾ ਨਾਮ ਬੰਦਗੀ ਜਾਂ ਸਿਮਰਨ ਜੋ ਹੈ ਬਹੁਤ ਹੀ ਅਮੋਲਕ ਹੈ। ਹੀਰੇ ਜਵਾਹਰਾਤ ਮਾਣਕ ਮੋਤੀਆਂ ਜਿਹਾ ਕੀਮਤੀ ਹੈ ਕਿ ਪ੍ਰਭੂ ਦਾ ਨਾਮ ਉਨ ਲੱਗਿਆ ਨਾਹੀ ਸਨ। ਔਰ ਉਹ ਨਾਮ ਰੂਪੀ ਪੂੰਜੀ ਜਿਹੜੀ ਮਨੁੱਖ ਦੇ ਹਿਰਦੇ ਵਿੱਚ ਵਸੀ ਹੁੰਦੀ ਹੈ, ਉਸ ਨੂੰ ਕੋਈ ਵੀ ਸੰਨ ਨਹੀਂ ਲਾ ਸਕਦਾ, ਭਾਵ ਚੁਰਾ ਨਹੀਂ ਸਕਦਾ। ਰੰਗ ਸਭੈ ਨਾਰਾਇਣ ਜੇਤੈ ਮਨ ਭਾਵਨ। ਅਜਿਹੇ ਜੀਵ ਜੋ ਹਨ ਉਹ ਦੁਨਿਆਵੀ ਜੋ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਹਰ ਪ੍ਰਕਾਰ ਦੀਆਂ ਖੁਸ਼ੀਆਂ ਨੂੰ ਵੀ ਮਾਣਦੇ ਹਨ। ਕਿਉਂਕਿ ਇਹ ਦੁਨਿਆਵੀ ਜੋ ਨਜ਼ਾਰੇ ਹਨ, ਚੋਜ ਹਨ, ਜੋ ਪ੍ਰਾਕ੍ਰਿਤਿਕ ਨਜ਼ਾਰੇ ਹਨ, ਇਹ ਸਾਰੇ ਜਿਹੜੇ ਹਨ ਉਹ ਉਸ ਕਾਦਰ ਦੀ, ਉਸ ਕੁਦਰਤ ਦੀ ਦੇਣ ਹਨ। ਔਰ ਇਹਨਾਂ ਨੂੰ ਮਾਣਦਾ ਹੋਇਆ ਮਨੁੱਖ ਜੋ ਹੈ ਆਪਣੀਆਂ ਮਨ ਆਈਆਂ ਖੁਸ਼ੀਆਂ ਨੂੰ ਵੀ ਪ੍ਰਾਪਤ ਕਰਦਾ ਹੈ। ਜੋ ਹਰੀ ਲੋੜ ਹੈ ਸੋ ਕਰੇ ਸੋਈ ਜੀ ਕਰਨ। ਕਿਉਂਕਿ ਇਸ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਮਨੁੱਖ ਜੋ ਹੈ, ਜੋ ਹਰੀ, ਜੋ ਉਹ ਪਰਮਾਤਮਾ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਜੋ ਉਸ ਨੂੰ ਲੋੜੀਂਦਾ ਹੈ, ਉਹੀ ਉਸ ਜੀਵ ਤੋਂ ਕਰਾਉਂਦਾ ਹੈ। ਸੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ। ਔਰ ਜਿਹੜੇ ਜੀਵ ਇਸ ਸੰਸਾਰ 'ਤੇ ਆ ਕੇ ਉਸ ਪ੍ਰਭੂ ਦੀ ਰਹਿਮਤ ਸਦਕਾ ਆਪਣੇ ਕਾਰ ਵਿਹਾਰ ਕਰਦੇ ਹਨ, ਭਾਵ ਆਪਣੇ ਮਨ ਨੂੰ ਜੋ ਹੈ ਮਨਮੁਖ ਹੋਣ ਦੀ ਥਾਵੇਂ ਗੁਰਮੁਖ ਬਣਾ ਕੇ ਪਰਮਾਤਮਾ ਦੀ ਰਜ਼ਾ ਅਨੁਸਾਰ ਇਸ ਸੰਸਾਰ ਦੇ ਵਿੱਚ ਵਿਚਰਦੇ ਹਨ, ਸ਼ੁਭ ਕਰਮ ਕਰਦੇ ਹਨ, ਨਾਮ ਸਿਮਰਨ ਬੰਦਗੀ ਦੇ ਨਾਲ ਸਮਾਜਿਕ ਜੋ ਕਰਮ ਹਨ ਉਹ ਵੀ ਕਰਦੇ ਹਨ। ਸਹੀ ਕਹੀਏ ਧਨ, ਉਹਨਾਂ ਜੀਵਾਂ ਦਾ ਇਸ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ ਹੈ। ਉਹ ਜੀਵ ਧਨ ਹਨ ਜੋ ਇਸ ਨਾਸ਼ਵਾਨ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਪ੍ਰਭੂ ਤੋਂ ਬੇਮੁਖ ਨਹੀਂ ਹੁੰਦੇ। ਆਪਨ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਕਿਉਂਕਿ ਜੋ ਜੀਵ ਇਸ ਸੰਸਾਰ ਦੇ ਉੱਤੇ ਆਪਣੇ ਮਨ ਮਰਜ਼ੀ ਮੁਤਾਬਕ ਵਿਚਰਦੇ ਹਨ, ਉਹਨਾਂ ਨੂੰ ਅੰਤ ਜੋ ਹੈ ਦੁੱਖਾਂ ਦਾ ਭਾਗੀ ਬਣਨਾ ਪੈਂਦਾ ਹੈ।
ਉਹ ਆਪਣੀ ਬੇਮੁਖਤਾ ਸਦਕਾ ਹੀ, ਆਪਣੀ ਮਨਮੁਖਤਾ ਸਦਕਾ ਹੀ ਪ੍ਰਭੂ ਦੇ ਵਿਛੋੜੇ ਨੂੰ ਵੀ ਸਹਾਰਦੇ ਹਨ ਅਤੇ ਅੰਤ ਦੁਖੀ ਹੁੰਦੇ ਹਨ। ਪਰ ਜਿਨ੍ਹਾਂ ਜੀਵਾਂ ਦੇ ਉੱਤੇ ਪ੍ਰਭੂ ਦੀ ਰਹਿਮਤ ਹੁੰਦੀ ਹੈ, ਉਹ ਆਪਣੇ ਨਾਮ ਦੇ ਵਿੱਚ ਰੰਗ ਕੇ ਉਹਨਾਂ ਦੇ ਕੋਲੋਂ ਚੰਗੇ ਕਰਮ ਕਰਾਉਂਦਾ ਹੈ, ਔਰ ਉਹਨਾਂ ਚੰਗੇ ਕਰਮਾਂ ਸਦਕਾ ਜੋ ਹੈ ਅੰਤ ਉਹਨਾਂ ਨੂੰ ਵਿਛੋੜੇ ਦੇ ਦੁੱਖ ਨੂੰ ਨਹੀਂ ਸਹਾਰਨਾ ਪੈਂਦਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ। ਅਜਿਹੇ ਜੀਵ ਜੋ ਗੁਰਮੁਖ ਹੁੰਦੇ ਹਨ, ਉਹ ਚੰਗੇ ਸਾਧੂ ਸੰਤਾਂ ਦੀ, ਸੰਤ ਪੁਰਸ਼ ਜੋ ਸ਼੍ਰੇਸ਼ਟ ਪੁਰਸ਼ ਹਨ ਸੰਸਾਰ ਦੇ, ਉਹਨਾਂ ਦਾ ਸੰਗ ਕਰਦੇ ਹਨ। ਉਹਨਾਂ ਦੀ ਸੰਗਤ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਪ੍ਰਭੂ ਪਰਮਾਤਮਾ ਦੀ ਮਿਹਰ ਸਦਕਾ ਜੋ ਹੈ ਚੰਗੇ ਕਰਮਾਂ ਦੇ ਭਾਗੀ ਬਣਦੇ ਹਨ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ। ਔਰ ਉਹਨਾਂ ਚੰਗੇ ਜੀਵਾਂ ਦੀ ਰਹਿਮਤ ਸਦਕਾ ਜਾਂ ਸੰਤ ਪੁਰਸ਼ਾਂ ਦੀ ਰਹਿਮਤ ਸਦਕਾ ਜੋ ਹੈ ਇਸ ਸੰਸਾਰ ਦੇ ਵਿੱਚ ਜੋ ਹੈ ਹਰ ਤਰ੍ਹਾਂ ਦੀਆਂ ਖੁਸ਼ੀਆਂ ਵੀ ਮਾਣਦੇ ਹਨ। ਮਾਨਸਿਕ ਅਤੇ ਰੂਹਾਨੀ, ਪਦਾਰਥਕ ਖੁਸ਼ਹਾਲੀਆਂ ਅਤੇ ਰੂਹਾਨੀ ਖੁਸ਼ੀਆਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਹਨ। ਹਰਿ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਇਸ ਲਈ ਗੁਰੂ ਨਾਨਕ ਸਵਰੂਪ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਇਹ ਜੇਠ ਦਾ ਖੁਸ਼ੀਆਂ ਭਰਿਆ ਮਹੀਨਾ ਜੋ ਹੈ ਉਹ ਉਸ ਪ੍ਰਭੂ ਪਰਮਾਤਮਾ ਦੀ ਮਿਹਰ ਸਦਕਾ ਉਹਨਾਂ ਜੀਵਾਤਮਾਵਾਂ ਦੇ ਲਈ ਬਹੁਤ ਸੁਖਦਾਈ ਹੋ ਜਾਂਦਾ ਹੈ, ਜਿਨ ਕੇ ਭਾਗ ਮਥਨ, ਭਾਵ ਜਿਨ੍ਹਾਂ ਦੇ ਜੋ ਹੈ ਧੁਰੋਂ ਪਰਮਾਤਮਾ ਨੇ ਚੰਗੇ ਕਰਮ ਲਿਖੇ ਹਨ ਕਿ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਉਹ ਚੰਗੇ ਕਰਮਾਂ ਦਾ ਭਾਗੀ ਬਣ ਕੇ ਇਸ ਸੰਸਾਰਿਕ ਖੁਸ਼ਹਾਲੀਆਂ ਦੀ ਵੀ ਪ੍ਰਾਪਤੀ ਕਰਦੇ ਹਨ ਅਤੇ ਉਸ ਕਾਦਰ, ਉਸ ਕੁਦਰਤ ਦੀ ਰਹਿਮਤ ਸਦਕਾ ਜੋ ਹੈ ਅਤੇ ਆਪਣੇ ਚੰਗੇ ਭਾਗਾਂ ਸਦਕਾ ਉਹਨਾਂ ਜੀਵਾਂ ਦਾ ਇਸ ਸੰਸਾਰ ਦੇ ਵਿੱਚ ਤਿਸ ਧਣੀ, ਉਹਨਾਂ ਆਤਮਾਵਾਂ ਦਾ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਔਰ ਉਹ ਜੀਵਾਤਮਾਵਾਂ ਕਿਹੜੀਆਂ ਹਨ? ਜੋ ਵੱਡ ਭਾਗੀ ਹਨ, ਭਾਵ ਜਿਨ੍ਹਾਂ ਦੇ ਬੜੇ ਉੱਚੇ ਭਾਗ ਹਨ, ਔਰ ਇਹ ਉੱਚੇ ਭਾਗ ਵੀ ਜਿਹੜੇ ਹਨ ਉਹਨਾਂ ਨੂੰ ਪਰਮਾਤਮਾ ਦੀ ਮਿਹਰ ਸਦਕਾ ਪ੍ਰਾਪਤ ਹੋਏ ਹਨ। ਆਸ਼ਾੜ ਤਪੰਦਾ ਤਿਸ ਲੱਗੈ ਹਰਿ ਨਾਹੋ ਨ ਜਿੰਨਾ ਪਾਸ। ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਆਸ਼ਾੜ, ਹਾੜ ਦਾ ਮਹੀਨਾ ਜੋ ਹੈ ਉਹਨਾਂ ਜੀਵਾਤਮਾਵਾਂ ਨੂੰ ਹੋਰ ਵੀ ਤਪਾਉਂਦਾ ਹੈ। ਕਿਹਨਾਂ ਨੂੰ? ਹਰਿ ਨਾਹੋ ਨ ਜਿੰਨਾ ਪਾਸ, ਭਾਵ ਜਿਨ੍ਹਾਂ ਜੀਵਾਤਮਾਵਾਂ ਦੇ ਹਿਰਦੇ ਵਿੱਚ ਜੋ ਹੈ ਪ੍ਰਭੂ ਰੂਪੀ ਪਰਮਾਤਮਾ ਦਾ ਵਾਸ ਨਹੀਂ ਹੈ, ਜਿਨ੍ਹਾਂ ਨੇ ਚੰਗੇ ਕਰਮ ਨਹੀਂ ਕੀਤੇ, ਨਾਮ ਸਿਮਰਨ ਬੰਦਗੀ ਨਹੀਂ ਕੀਤੀ। ਇਸ ਲਈ ਚੰਗੇ ਕਰਮਾਂ ਦੀ ਅਣਹੋਂਦ ਦੇ ਵਿੱਚ ਉਹਨਾਂ ਜੀਵਾਤਮਾਵਾਂ ਨੂੰ ਇਹ ਮਹੀਨਾ, ਕਿਹੜਾ ਹਾੜ ਦਾ ਮਹੀਨਾ, ਹੋਰ ਵੀ ਦੁਖਦਾਈ ਲੱਗਦਾ ਹੈ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਕਿਉਂ ਅਜਿਹਾ ਹੁੰਦਾ ਹੈ? ਕਿਉਂਕਿ ਅਜਿਹੀਆਂ ਜੀਵਾਤਮਾਵਾਂ ਨੇ ਜਗ ਜੀਵਨ, ਸਾਰੇ ਸੰਸਾਰ ਦੇ ਕਣ ਕਣ ਦੇ ਵਿੱਚ ਰਮਿਆ ਹੋਇਆ ਉਹ ਪੁਰਖ, ਉਹ ਪਰਮਾਤਮਾ ਜੋ ਨਿਰਾਕਾਰ ਹੈ, ਅਕਾਲ ਹੈ, ਉਸ ਨੂੰ ਤਿਆਗ ਦਿੱਤਾ ਹੈ, ਭਾਵ ਉਸ ਤੋਂ ਬੇਮੁਖ ਹੋ ਗਈਆਂ ਹਨ। ਔਰ ਮਾਨਸ ਸੰਧੀ ਆਸ, ਭਾਵ ਮਨਮੁਖ ਹਨ। ਉਹ ਦੁਨਿਆਵੀ ਜੀਵਾਂ 'ਤੇ ਆਸ ਜਾਂ ਓਟ ਆਸਰਾ ਕਰਦੀਆਂ ਹਨ। ਦੁਐ ਭਾਇ ਬਗੀਚਿਐ ਗਲ ਪਈ ਸੁਜਮ ਕੀ ਫਾਸ। ਇਸੇ ਕਰਕੇ ਉਹਨਾਂ ਨੂੰ ਦੂਜਿਆਂ ਦੇ ਨਾਲ, ਭਾਵ ਪਰਮਾਤਮਾ ਨੂੰ ਛੱਡ ਕੇ ਦੁਨਿਆਵੀ ਜੀਵਾਂ ਦੇ ਪਿਆਰ ਦੇ ਵਿੱਚ ਭਟਕਣ ਸਦਕਾ ਉਹ ਆਪਣੇ ਆਪਾ ਜੋ ਹੈ ਉਹ ਵਿਗਾੜ ਲੈਂਦੀਆਂ ਹਨ। ਪ੍ਰਭੂ ਨਾਲੋਂ ਵਿਛੜ ਕੇ ਆਪਣੇ ਜੀਵਨ ਦਾ ਨਾਸ਼ ਕਰ ਲੈਂਦੀਆਂ ਹਨ। ਗਲ ਪਈ ਸੁਜਮ ਕੀ ਫਾਸ। ਔਰ ਅਜਿਹੀਆਂ ਜੀਵਾਂ ਦੇ ਗਲ ਦੇ ਵਿੱਚ ਜੋ ਹੈ ਅੰਤ ਜੋ ਹੈ ਮੌਤ ਤਾਂ ਹਰ ਜੀਵ ਨੂੰ ਆਉਣੀ ਹੈ, ਪਰ ਅਜਿਹੀਆਂ ਜੀਵ ਆਤਮਾਵਾਂ ਦਾ ਅੰਤ ਜੋ ਹੈ ਉਹ ਹੋਰ ਵੀ ਦੁਖਦਾਈ ਹੋ ਜਾਂਦਾ ਹੈ, ਜਿਹੜੀਆਂ ਉਸ ਪ੍ਰਭੂ ਪਰਮਾਤਮਾ ਵੱਲੋਂ ਬੇਮੁਖ ਹੋ ਕੇ ਸੰਸਾਰਿਕ ਜੀਵਾਂ ਦਾ ਓਟ ਆਸਰਾ ਤੱਕਦੀਆਂ ਹਨ। ਜਿਹਾ ਬੀਜੈ ਸੋ ਲੂਣੈ। ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਇਹ ਕੁਦਰਤ ਦਾ ਨਿਯਮ ਹੈ ਕਿ ਜਿਹੋ ਜਿਹਾ ਅਸੀਂ ਫਲ ਬੀਜਾਂਗੇ ਉਹੋ ਜਿਹਾ ਹੀ ਸਾਨੂੰ ਪ੍ਰਾਪਤ ਹੋਏਗਾ, ਭਾਵ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਹੀ ਫਲ ਸਾਨੂੰ ਪ੍ਰਾਪਤ ਹੋਏਗਾ। ਜਿਹਾ ਬੀਜੈ ਸੋ ਲੂਣੈ, ਜਿਹੋ ਜਿਹਾ ਬੀਜਾਂਗੇ ਸੋ ਹੀ ਸਾਨੂੰ ਪ੍ਰਾਪਤ ਹੁੰਦਾ ਹੈ। ਮੱਥੈ ਜੋ ਲਿਖਿਆਸ। ਔਰ ਜੀਵ ਨੇ ਜੋ ਹੈ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਚੰਗੇ ਬੀਜਣੇ ਹਨ, ਭਾਵ ਚੰਗੇ ਕਰਮ ਕਰਨੇ ਹਨ ਜਾਂ ਮੰਦੇ ਕਰਮ ਕਰਨੇ ਹਨ। ਇਹ ਵੀ ਉਸ ਦੀ ਕਿਸਮਤ ਅਨੁਸਾਰ, ਜੋ ਉਸ ਦੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਹੈ ਉਸੇ ਅਨੁਸਾਰ ਹੀ ਵਾਪਰਦਾ ਹੈ। ਗੌਣ ਵਿਹਾਣੀ ਪਛੁਤਾਣੀ ਉੱਠ ਚੱਲੀ ਨਿਰਾਸ। ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ ਕਿ ਜੋ ਜੀਵ ਜੋ ਹੈ ਇਸ ਸੰਸਾਰ ਦੇ ਵਿੱਚ ਰਹਿਣ ਵਿਹਾਣੀ
ਭਾਵ ਜਿਨ੍ਹਾਂ ਨੇ ਇਸ ਸੰਸਾਰ ਰੂਪੀ ਰੈਣ ਜਿਹੜੀ ਹੈ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਵਿਚਰਦਿਆਂ ਹੋਇਆਂ ਬਿਤਾ ਦਿੱਤੀ ਹੈ, ਉਹਨਾਂ ਜੀਵਾਤਮਾਵਾਂ ਨੂੰ ਪਛਤਾਉਣਾ ਪੈਂਦਾ ਹੈ ਔਰ ਅੰਤ ਵੇਲੇ ਇਸ ਸੰਸਾਰ ਤੋਂ ਬੜੇ ਭਰੇ ਹੋਏ ਨਿਰਾਸ਼ ਮਨ ਦੇ ਨਾਲ ਜਾਣਾ ਪੈਂਦਾ ਹੈ, ਰੁਖਸਤ ਕਰਨਾ ਪੈਂਦਾ ਹੈ। ਜਿਨ ਕੈ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਪਰ ਦੂਜੇ ਪਾਸੇ ਜਿਹੜੀਆਂ ਜੀਵਾਤਮਾਵਾਂ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸਾਧੂ ਭਾਵ ਜੋ ਪ੍ਰਭੂ ਦੇ ਪ੍ਰੇਮ ਦੇ ਰੰਗ ਦੇ ਵਿੱਚ ਰੰਗੇ ਹੋਏ ਜੀਵ ਹਨ, ਉਹਨਾਂ ਦੀ ਸ਼ਰਨ ਦੇ ਵਿੱਚ ਆਉਂਦੀਆਂ ਹਨ, ਉਹ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅਤੇ ਦਰਗਾਹ ਦੇ ਵਿੱਚ ਜਾ ਕੇ ਵੀ ਉਹਨਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ, ਭਾਵ ਉਹ ਆਵਾਗਮਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦੀਆਂ ਹਨ। ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਨਾਮ ਰੂਪੀ ਚੰਗੇ ਕਰਮ ਕੀਤੇ ਹਨ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਇਸ ਲਈ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਹੇ ਪ੍ਰਭੂ, ਹੇ ਪ੍ਰਮਾਤਮਾ, ਮੇਰੇ ਜੀਵ ਦੇ ਹਿਰਦੇ ਦੇ ਉੱਤੇ ਤੂੰ ਆਪਣੀ ਕਿਰਪਾ, ਆਪਣੀ ਰਹਿਮਤ, ਆਪਣੀ ਬਖਸ਼ਿਸ਼, ਆਪਣੀ ਮਿਹਰ ਕਰ। ਤੇਰੇ ਦਰਸ਼ਨ ਹੋਏ ਪਿਆਸ ਕਿ ਮੇਰੇ ਹਿਰਦੇ ਦੇ ਵਿੱਚ ਵੀ ਤੇਰੇ ਦਰਸ਼ਨਾਂ ਦੀ ਲੋਚਾ, ਇੱਕ ਪਿਆਸ, ਇੱਕ ਤੜਫਨ ਪੈਦਾ ਹੋਵੇ। ਪ੍ਰਭ ਤੁਝ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਕਿਉਂਕਿ ਇਸ ਸੰਸਾਰ ਦੇ ਵਿੱਚ ਹੇ ਪ੍ਰਭੂ, ਤੇਰੇ ਤੋਂ ਬਿਨਾਂ ਦੁਨੀਆ ਦੇ ਵਿੱਚ ਸਾਡਾ ਕੋਈ ਵੀ ਸਹਾਰਾ ਨਹੀਂ ਹੈ, ਜਿਸ ਦੇ ਸੰਗ ਰਹਿ ਕੇ ਅਸੀਂ ਇਸ ਸੰਸਾਰ ਤੋਂ ਮੁਕਤ ਹੋ ਸਕੀਏ। ਪ੍ਰਭ ਤੁਝ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਇਸ ਲਈ ਸਾਡੀ ਤਾਂ ਤੇਰੇ ਚਰਨਾਂ ਦੇ ਵਿੱਚ ਇਹ ਅਰਦਾਸ ਹੈ, ਬੇਨਤੀ ਹੈ, ਜੋਦੜੀ ਹੈ ਕਿ ਤੂੰ ਸਾਡੇ ਉੱਤੇ ਰਹਿਮਤ ਕਰ ਔਰ ਅਸੀਂ ਤੇਰੀ ਰਹਿਮਤ ਸਦਕਾ ਚੰਗੇ ਕਰਮਾਂ ਦੇ ਵਿੱਚ ਲੀਨ ਹੋ ਕੇ ਇਸ ਸੰਸਾਰਿਕ ਭਵਸਾਗਰ ਤੋਂ ਮੁਕਤ ਹੋ ਸਕੀਏ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰਿ ਚਰਨ ਨਿਵਾਸ। ਕਿਉਂਕਿ ਇਹ ਹਾੜ ਦਾ ਜੋ ਤਪਸ਼ ਭਰਿਆ ਮਹੀਨਾ ਹੈ, ਉਹਨਾਂ ਜੀਵਾਤਮਾਵਾਂ ਦੇ ਲਈ ਬੜੀ ਸੁਹਾਵਣਾ, ਬੜਾ ਖੁਸ਼ੀਆਂ ਭਰਪੂਰ, ਬੜਾ ਸ਼ੀਤਲ, ਬੜਾ ਠੰਡਕ ਪ੍ਰਦਾਨ ਕਰਨ ਵਾਲਾ ਬਣ ਜਾਂਦਾ ਹੈ। ਤਿਸ ਲੱਗੈ, ਕਿੰਨਾ ਜੀਵਾਤਮਾਵਾਂ ਨੂੰ ਅਜਿਹਾ ਜੋ ਹੈ ਸੁਹਾਵੜਾ ਲੱਗਦਾ ਹੈ। ਜਿਸ ਮਨ ਹਰੀ ਚਰਨ ਨਿਵਾਸ, ਜਿਨ੍ਹਾਂ ਜੀਵਾਤਮਾਵਾਂ ਦੇ ਮਨ ਹਿਰਦੇ ਦੇ ਵਿੱਚ ਹਰੀ ਉਸ ਪਰਮਾਤਮਾ ਦੇ ਚਰਨਾਂ ਦਾ ਵਾਸ ਹੈ, ਭਾਵ ਜਿਹੜੀਆਂ ਜੀਵਾਤਮਾਵਾਂ ਆਪਣੇ ਹਿਰਦੇ ਨੂੰ ਜੋ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਤਮਸਤਕ ਕਰਕੇ ਆਪਣੇ ਹਿਰਦੇ ਨੂੰ ਇੰਨਾ ਪਵਿੱਤਰ ਕਰ ਲਿਆ ਹੈ ਉਹਨਾਂ ਨੇ ਕਿ ਪ੍ਰਭੂ ਪਰਮਾਤਮਾ ਉਹਨਾਂ ਦੇ ਹਿਰਦੇ ਦੇ ਵਿੱਚ ਸਦਾ ਲਈ ਵਸ ਗਿਆ ਹੈ ਔਰ ਇਸ ਸਦਕਾ ਉਹਨਾਂ ਦਾ ਇਸ ਸੰਸਾਰ 'ਤੇ ਆਉਣਾ ਸਫਲ ਹੋ ਗਿਆ ਹੈ। ਸੋ ਗੁਰੂ ਅਰਜਨ ਦੇਵ ਜੀ ਦੀ ਜੋ 12ਵਾਂ ਰੂਪੀ ਰਚਨਾ BA ਭਾਗ ਤੀਜਾ ਦੇ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਸ਼ਾਮਿਲ ਸੀ, ਉਹ ਅੱਜ ਪੂਰੀ ਤਰ੍ਹਾਂ ਸੰਪੂਰਨ ਹੋ ਗਈ ਹੈ, ਜਿਸ ਨੂੰ ਅਸੀਂ 2 ਭਾਗਾਂ ਦੇ ਵਿੱਚ 12ਵਾਂ ਭਾਗ 1 ਅਤੇ 12ਵਾਂ ਭਾਗ 2 ਦੇ ਤਹਿਤ ਇਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕੀਤੀ ਹੈ। ਜੋ ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਹਨ ਉਹ ਪਿਛਲਾ ਭਾਗ ਵੀ ਜ਼ਰੂਰ ਵੇਖ ਲੈਣ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਦੇ ਰਹਿਣ ਤਾਂ ਜੋ ਹੋਰ ਵੀ ਵਿਦਿਆਰਥੀ ਇਸ ਚੈਨਲ ਦਾ ਲਾਹਾ ਉਠਾ ਸਕਣ। ਇਹ ਚੈਨਲ ਜਾਂ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ, ਅੱਜ ਦੀ ਕਲਾਸ ਦੇ ਵਿੱਚ ਕੀ ਤੁਹਾਡੀਆਂ ਸ਼ੰਕਾਵਾਂ ਦੀ ਨਿਵਰਤੀ ਹੋ ਸਕੀ ਹੈ, ਇਸ ਦੇ ਬਾਰੇ ਜੇਕਰ ਤੁਸੀਂ ਚਾਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਲਿਖ ਕੇ ਜਾਣੂ ਕਰਵਾ ਸਕਦੇ ਹੋ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ, ਤਦ ਤੱਕ ਲਈ ਇਜਾਜ਼ਤ, ਧੰਨਵਾਦ।